ਗੁਰੂ ਪਿਆਰੇ ਸਰੋਤਿਓ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਮੇਂ-ਸਮੇਂ ਦੀਆਂ ਹੁਕਮਰਾਨਾਂ ਨੇ ਵਾਰ-ਵਾਰ ਹਮਲੇ ਕੀਤੇ, ਭਾਵੇਂ ਉਹ ਮੁਗਲ ਹਕੂਮਤ ਦੇ ਵੇਲੇ ਸਨ ਤੇ ਜਾਂ ਫਿਰ ਆਜ਼ਾਦ ਭਾਰਤ ਦੇ ਵਿੱਚ ਸਨ। ਭਾਵੇਂ ਕਿ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਚੇਤਾ ਹੈ ਕਿ 6 ਜੂਨ 1984 ਨੂੰ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ, ਜਿਸ ਨੂੰ ਆਪਾਂ ਜੂਨ 1984 ਦਾ ਘੱਲੂਘਾਰਾ ਕਹਿੰਦੇ ਹਾਂ। ਪਰੰਤੂ ਇਸ ਤੋਂ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ। ਇਸ ਹਮਲੇ ਦੇ ਬਾਰੇ ਬਹੁਤ ਘੱਟ ਸਿੱਖ ਸੰਗਤਾਂ ਜਾਣਦੀਆਂ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਹਮਲੇ ਦੇ ਸਬੰਧ ਦੇ ਵਿੱਚ ਵਿਚਾਰ ਸਾਂਝੇ ਕਰਾਂਗੇ ਕਿ ਕਿਉਂ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ, ਹਮਲਾ ਕਰਨ ਵਾਲਾ ਕੌਣ ਸੀਗਾ ਤੇ ਇਸ ਹਮਲੇ ਦੇ ਵਿੱਚ ਸਿੱਖਾਂ ਦਾ ਕੀ ਨੁਕਸਾਨ ਹੋਇਆ ਅਤੇ ਇਸ ਨੂੰ ਕਿਸ ਤਰ੍ਹਾਂ ਕੀਤਾ ਗਿਆ। ਆਪ ਜੀ ਨੇ ਇਸ ਵੀਡੀਓ ਨੂੰ ਪੂਰੀ ਵੇਖਣਾ ਅਤੇ ਵੱਧ ਤੋਂ ਵੱਧ ਸੰਗਤਾਂ ਦੇ ਨਾਲ ਸ਼ੇਅਰ ਕਰ ਦੇਣਾ। ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਆਪ ਜੀ ਜਾਣਦੇ ਹੋ ਕਿ ਭਾਰਤ ਦੀ ਆਜ਼ਾਦੀ ਦੇ ਵਿੱਚ 90% ਸਿੱਖਾਂ ਨੇ ਯੋਗਦਾਨ ਪਾਇਆ, ਸ਼ਹਾਦਤਾਂ ਦਿੱਤੀਆਂ, ਪਰੰਤੂ ਆਜ਼ਾਦੀ ਤੋਂ ਕੇਵਲ 7 ਸਾਲ ਬਾਅਦ ਦੀ ਇਹ ਘਟਨਾ ਹੈ ਜਦੋਂ ਸ੍ਰੀ ਦਰਬਾਰ ਸਾਹਿਬ ਉੱਪਰ ਉਸ ਵਕਤ ਦੇ ਹੁਕਮਰਾਨਾਂ ਨੇ ਹਮਲਾ ਕੀਤਾ। ਇਹ ਸੀ 4 ਜੁਲਾਈ 1955 ਵਾਲਾ ਦਿਨ। 4 ਜੁਲਾਈ 1955 ਵਾਲੇ ਦਿਨ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਮਹਾਸ਼ਾ ਅਸ਼ਵਨੀ ਕੁਮਾਰ ਦੀ ਕਮਾਂਡ ਹੇਠ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋ ਕੇ ਗੋਲਾਬਾਰੀ ਕੀਤੀ ਅਤੇ ਜੰਮ ਕੇ ਸਿੱਖਾਂ ਦੇ ਉੱਤੇ ਤਸ਼ੱਦਦ ਢਾਇਆ। ਕਈ ਅਕਾਲੀ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਗੱਲ ਸਿੱਖਾਂ ਨੂੰ ਸਮਝਾ ਦਿੱਤੀ ਕਿ ਤੁਸੀਂ ਹੁਣ ਵੀ ਭਾਰਤ ਦੇ ਵਿੱਚ ਗੁਲਾਮ ਹੋ। 3 ਜੁਲਾਈ 1955 ਦੀ ਰਾਤ ਅਜੇ ਪੂਰੀ ਵੀ ਨਹੀਂ ਸੀ ਲੰਘੀ ਕਿ 4 ਜੁਲਾਈ 1955 ਦੀ ਸਵੇਰ ਅਜੇ ਪੂਰੀ ਤਰ੍ਹਾਂ ਚੜ੍ਹੀ ਵੀ ਨਹੀਂ ਸੀਗੀ। ਪੁਲਿਸ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਨ ਦੀ ਵਿਉਂਤ ਦੇ ਨਾਲ ਸਾਰੇ ਕੰਪਲੈਕਸ ਨੂੰ ਘੇਰ ਲਿਆ। ਅਸਲ ਦੇ ਵਿੱਚ ਇਹ ਹਮਲਾ ਕਿਉਂ ਕੀਤਾ ਗਿਆ? ਇਸ ਹਮਲੇ ਦਾ ਕਾਰਨ ਇਹ ਸੀ ਕਿ ਪੰਜਾਬੀ ਸੂਬਾ ਲੈਣਾ ਚਾਹੁੰਦੇ ਸਨ, ਜਿਵੇਂ ਕਿ ਬਾਕੀ ਸੂਬੇ ਬੋਲੀ ਦੇ ਆਧਾਰ ਦੇ ਉੱਤੇ ਬਣਾ ਦਿੱਤੇ ਗਏ ਸਨ। ਸਿੱਖਾਂ ਦੀ ਵੀ ਮੰਗ ਸੀ ਕਿ ਪੰਜਾਬੀ ਬੋਲੀ ਦਾ ਇੱਕ ਪੰਜਾਬੀ ਸੂਬਾ ਜਿਹੜਾ ਹੈ ਉਹ ਵੱਖਰਾ ਬਣਾਇਆ ਜਾਵੇ, ਪਰੰਤੂ ਉਸ ਵਕਤ ਦੀਆਂ ਸਰਕਾਰਾਂ ਨੇ ਸਿੱਖਾਂ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਅਤੇ ਇਸ ਮੰਗ ਨੂੰ ਠੁਕਰਾਉਣ ਤੋਂ ਬਾਅਦ ਫਿਰ ਜਦੋਂ ਸਿੱਖਾਂ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਤੇ ਸਿੱਖਾਂ ਨੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚਾ ਲਾਉਣ ਦਾ ਐਲਾਨ ਕੀਤਾ ਅਤੇ ਹਰ ਰੋਜ਼ ਹੀ ਸਿੱਖ ਆਪਣੀ ਗ੍ਰਿਫਤਾਰੀ ਜਿਹੜੀ ਸੀ ਉਹ ਦੇਣ ਲੱਗ ਪਏ। ਇਸ ਪੰਜਾਬੀ ਸੂਬੇ ਦੀ ਮੰਗ ਨੂੰ ਦਬਾਉਣ ਵਾਸਤੇ ਤੇ ਇਸ ਮੋਰਚੇ ਨੂੰ ਦਬਾਉਣ ਵਾਸਤੇ ਇਹ ਹਮਲਾ ਕੀਤਾ ਗਿਆ। ਜਾਣਦੇ ਆ ਉਹਨਾਂ ਨੇ ਕਿਵੇਂ ਹਮਲਾ ਕੀਤਾ। ਪੁਲਿਸ ਨੇ ਪੂਰੀ ਤਿਆਰੀ ਦੇ ਨਾਲ, ਕਿਉਂਕਿ ਹਮਲਾ ਕਰਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਪੁਲਿਸ ਨੇ ਸਾਰੇ ਹਥਿਆਰ ਆਪਣੇ ਕਬਜ਼ੇ ਵਿੱਚ ਲੈ ਲਏ ਸਨ ਅਤੇ 24 ਬੰਦੂਕਾਂ ਅਤੇ ਪਿਸਤੌਲਾਂ ਦੇ ਲਾਇਸੈਂਸ ਵੀ ਜ਼ਬਤ ਕਰ ਲਏ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸਾਰੇ ਕਰਮਚਾਰੀਆਂ, ਮੈਂਬਰਾਂ ਅਤੇ ਪ੍ਰਬੰਧਕਾਂ ਦੀਆਂ ਬੰਦੂਕਾਂ ਅਤੇ ਰਿਵਾਲਵਰਾਂ ਨੂੰ ਪੁਲਿਸ ਨੇ ਜ਼ਬਤ ਕਰ ਲਿਆ। ਇੱਥੋਂ ਤੱਕ ਕਿ ਉਸ ਵਕਤ ਦੇ ਜਾਣੇ ਪਹਿਚਾਣੇ ਸਿੱਖ ਨੇਤਾ ਮਾਸਟਰ ਤਾਰਾ ਸਿੰਘ, ਜੋ ਕਿ ਉਸ ਵਕਤ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸੁੱਟੇ ਹੋਏ ਸਨ, ਉਹਨਾਂ ਦੇ ਘਰੋਂ ਵੀ ਬੰਦੂਕ ਅਤੇ ਰਿਵਾਲਵਰ ਪੁਲਿਸ ਨੇ ਛਾਪਾ ਮਾਰ ਕੇ ਆਪਣੇ ਕਬਜ਼ੇ ਵਿੱਚ ਲੈ ਲਏ ਸਨ। ਇਹ ਸਾਰੀ ਕਾਰਵਾਈ ਦਾ ਮਤਲਬ ਸਪਸ਼ਟ ਸੀ ਕਿ ਪੁਲਿਸ ਇਸ ਹਮਲੇ ਤੋਂ ਪਹਿਲਾਂ ਆਪਣੇ ਆਪ ਨੂੰ ਪੱਕਿਆ ਹੋਣਾ ਚਾਹੁੰਦੀ ਸੀ ਕਿ ਕਿਤੇ ਹਮਲੇ ਦੇ ਵਕਤ ਇਹਨਾਂ ਹਥਿਆਰਾਂ ਦੇ ਨਾਲ ਸਿੱਖ ਅੱਗੋਂ ਮੁਕਾਬਲਾ ਹੀ ਨਾ ਸ਼ੁਰੂ ਕਰ ਦੇਵਣ। ਇਹ ਹਮਲਾ ਉਸ ਵਕਤ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਮਹਾਸ਼ਾ ਅਸ਼ਵਨੀ ਕੁਮਾਰ ਦੀ ਕਮਾਂਡ ਹੇਠ ਕੀਤਾ ਗਿਆ। ਅਸ਼ਵਨੀ ਕੁਮਾਰ ਕੱਟੜ ਹਿੰਦੂ ਮਹਾਸ਼ਾ ਸੀ। ਇਸ ਨੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਆਪਣੀ ਵਿਉਂਤ ਦੇ ਮੁਤਾਬਕ 3 ਅਤੇ 4 ਜੁਲਾਈ ਦੀ ਅੱਧੀ ਰਾਤ ਨੂੰ ਪੁਲਿਸ ਐਕਸ਼ਨ ਸ਼ੁਰੂ ਕੀਤਾ। ਇਸ ਐਕਸ਼ਨ ਵਿੱਚ ਸਭ ਤੋਂ ਪਹਿਲਾਂ ਪੁਲਿਸ ਨੇ ਵੱਖੋ ਵੱਖਰੀਆਂ ਟੋਲੀਆਂ ਬਣਾ ਕੇ ਸ੍ਰੀ ਦਰਬਾਰ ਸਾਹਿਬ ਦੇ ਤਤਕਾਲੀ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਗੁਰਦਿਆਲ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਸਕੱਤਰ ਗਿਆਨੀ ਤੇਜਾ ਸਿੰਘ ਅਤੇ ਤਤਕਾਲੀ ਸਕੱਤਰ ਪ੍ਰੋਫੈਸਰ ਹਰਭਜਨ ਸਿੰਘ ਆਦਿ ਦੇ ਮਕਾਨਾਂ ਤੇ ਛਾਪੇ ਮਾਰੇ ਅਤੇ ਇਹਨਾਂ ਸਾਰਿਆਂ ਨੂੰ ਬਿਨਾਂ ਵਾਰੰਟ ਗ੍ਰਿਫਤਾਰ ਕਰ ਲਿਆ ਗਿਆ। ਰਾਤ ਦੇ 12:30 ਵਜੇ ਜਦੋਂ ਪੁਲਿਸ ਗਿਆਨੀ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਲਈ ਉਹਨਾਂ ਦੇ ਘਰ ਪੁੱਜੀ ਤਾਂ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਨੇ ਪੁਲਿਸ ਨੂੰ ਆਪਣੀ ਗ੍ਰਿਫਤਾਰੀ
ਗ੍ਰਿਫਤਾਰੀ ਦੇ ਵਾਰੰਟ ਦਿਖਾਉਣ ਲਈ ਪੁੱਛਿਆ ਤਾਂ ਪੁਲਿਸ ਪਾਰਟੀ ਦਾ ਇੰਚਾਰਜ ਥਾਣੇਦਾਰ ਧੌਣ ਉਤਾਂ ਕਰਕੇ ਅਤੇ ਆਪਣੀ ਹੈਂਕੜ ਵਿੱਚ ਆਪਣੇ ਡੰਡੇ ਨੂੰ ਆਪਣੇ ਹਿੱਕ ਦੇ ਠੋਕ ਕੇ ਕਹਿਣ ਲੱਗਾ, ਆ ਐਡਾ ਵੱਡਾ ਵਾਰੰਟ ਤੁਹਾਨੂੰ ਨਜ਼ਰ ਨਹੀਂ ਆਉਂਦਾ। ਸੋ ਇਸ ਸਬੰਧ ਵਿੱਚ ਪੁਲਿਸ ਪਾਸ ਇਹਨਾਂ ਸ਼ਖਸੀਅਤਾਂ ਦੇ ਗ੍ਰਿਫਤਾਰੀ ਦੇ ਕੋਈ ਵਾਰੰਟ ਨਹੀਂ ਸੀ। 4 ਜੁਲਾਈ ਦਾ ਦਿਨ ਚੜ੍ਹਿਆ, ਅਜੇ ਕੁਝ ਸਮਾਂ ਬਾਕੀ ਸੀ। ਸਵੇਰੇ 4 ਵਜੇ ਦੇ ਕਰੀਬ ਵੱਡਾ ਐਕਸ਼ਨ ਸ਼ੁਰੂ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਹਾਸ਼ਾ ਡਿਪਟੀ ਇੰਸਪੈਕਟਰ ਜਨਰਲ ਅਸ਼ਵਨੀ ਕੁਮਾਰ ਦੀ ਕਮਾਂਡ ਹੇਠ ਹਥਿਆਰਬੰਦ ਪੁਲਿਸ ਨੇ ਸ਼੍ਰੀ ਹਰਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਾਵਾ ਬੋਲ ਦਿੱਤਾ। ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਗੁਰੂ ਰਾਮਦਾਸ ਸਰਾਪ ਵਾਲੇ ਪਾਸੇ ਦੇ ਸਾਰੇ ਰਸਤੇ ਮੁਕੰਮਲ ਬੰਦ ਕਰ ਦਿੱਤੇ ਗਏ। ਅੰਮ੍ਰਿਤ ਵੇਲੇ ਭਾਰੀ ਮਾਤਰਾ ਵਿੱਚ ਸੰਗਤਾਂ ਦੀ ਆਮਦ ਹੁੰਦੀ ਹੈ, ਸੋ ਉਸ ਵੇਲੇ ਸ਼੍ਰੀ ਦਰਬਾਰ ਸਾਹਿਬ ਵੱਲ ਆਉਣ ਵਾਲੇ ਸਾਰੇ ਰਸਤਿਆਂ ਉੱਪਰ ਪੁਲਿਸ ਦਾ ਸਖਤ ਪਹਿਰਾ ਬਿਠਾ ਦਿੱਤਾ ਗਿਆ। ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਉੱਤੇ ਹਮਲਾ ਕੀਤਾ ਗਿਆ। ਸਰਾਵਾਂ ਦੇ ਵਿੱਚ ਠਹਿਰੇ ਯਾਤਰੂਆਂ ਦੀਆਂ ਅਤੇ ਕਮਰੇ ਦੀਆਂ ਤਲਾਸ਼ੀਆਂ ਲਈਆਂ ਗਈਆਂ। ਮਹਾਸ਼ਾ ਅਸ਼ਵਨੀ ਕੁਮਾਰ ਦੀ ਕਮਾਂਡ ਹੇਠ ਇਸ ਪੁਲਿਸ ਐਕਸ਼ਨ ਦੇ ਕਾਰਨ ਅੰਮ੍ਰਿਤਸਰ ਵਿਖੇ ਪੁੱਜੇ ਸਾਰੇ ਸਿੱਖ ਸਤਿਆਗ੍ਰਹਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਕਿਉਂਕਿ ਉਸ ਦਿਨ ਮੰਜੀ ਸਾਹਿਬ ਦੀਵਾਨ ਹਾਲ ਤੋਂ ਪੰਜਾਬੀ ਸੂਬੇ ਦੇ ਮੋਰਚੇ ਬਾਰੇ ਅਗਲੀ ਰਣਨੀਤੀ ਐਲਾਨਣੀ ਸੀ ਅਤੇ ਸਰਕਾਰ ਇਸ ਮੋਰਚੇ ਨੂੰ ਸ਼ੁਰੂ ਵਿੱਚ ਹੀ ਦਬਾ ਲੈਣਾ ਚਾਹੁੰਦੀ ਸੀ ਅਤੇ ਮਹਾਸ਼ਾ ਅਸ਼ਵਨੀ ਕੁਮਾਰ ਇੰਜ ਕਰਕੇ ਸਰਕਾਰ ਅੱਗੇ ਆਪਣੇ ਨੰਬਰ ਬਣਾਉਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਇਸ ਮੋਰਚੇ ਨੂੰ ਦਬਾ ਦਿੱਤਾ ਜਾਵੇ। ਜਦੋਂ ਤੱਕ ਦੀਵਾਨ ਹਾਲ ਦੇ ਵਿੱਚ ਸੰਗਤਾਂ ਨੂੰ ਰੋਕਿਆ ਨਹੀਂ ਸੀ ਜਾਂਦਾ, ਉਨੀ ਦੇਰ ਤੱਕ ਮੋਰਚੇ ਨੂੰ ਫੇਲ ਨਹੀਂ ਸੀ ਕੀਤਾ ਜਾ ਸਕਦਾ। ਮੰਜੀ ਦੀਵਾਨ ਹਾਲ ਵਿਖੇ ਪੁਲਿਸ ਨੇ ਆਪਣਾ ਕਬਜ਼ਾ ਜਿਹੜਾ ਸੀ ਉਹ ਜਮਾ ਲਿਆ। ਇਤਨੀ ਦੇਰ ਤੱਕ ਦਿਨ ਵੀ ਚੜ ਗਿਆ ਤੇ ਗਰਮੀ ਵੀ ਕਾਫੀ ਸੀ। ਅੱਗੋਂ ਸਿੱਖਾਂ ਦਾ ਵੀ ਰੋਸ ਵੱਧਦਾ ਜਾ ਰਿਹਾ ਸੀ ਅਤੇ ਗੁੱਸੇ ਵਿੱਚ ਆਏ ਸਿੱਖਾਂ ਉੱਤੇ ਪੁਲਿਸ ਨੇ ਸਿਖਰ ਦੁਪਹਿਰੇ ਜੰਮ ਕੇ ਲਾਠੀਆਂ ਵਰਾਈਆਂ। ਉਸ ਵਕਤ ਟੀਅਰ ਗੈਸ ਦੇ ਗੋਲੇ ਜਿਹੜੇ ਸਨ ਉਹ ਸੁੱਟੇ ਗਏ ਅਤੇ ਪੁਲਿਸ ਦੀ ਵੈਨ ਦੇ ਉੱਤੇ ਸਪੀਕਰ ਲਾ ਕੇ ਐਲਾਨ ਕੀਤਾ ਗਿਆ ਕਿ ਦੀਵਾਨ ਮੰਜੀ ਹਾਲ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ 144 ਧਾਰਾ ਲਗਾ ਦਿੱਤੀ ਗਈ ਹੈ ਤੇ ਦੀਵਾਨ ਸਜਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਇਸ ਵਕਤ ਤੱਕ ਹਜ਼ਾਰਾਂ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇਕੱਠੀਆਂ ਹੋ ਚੁੱਕੀਆਂ ਸਨ। ਪੁਲਿਸ ਦੀ ਇਸ ਇਸ਼ਤਿਹਾਰਬਾਜ਼ੀ ਦੇ ਵਿੱਚ ਅਨਾਉਂਸਮੈਂਟ ਤੋਂ ਬਾਅਦ ਸਿੱਖਾਂ ਦੇ ਵਿੱਚ ਦੁੱਖ ਅਤੇ ਗੁੱਸੇ ਦੀ ਮਿਲੀ ਜੁਲੀ ਪ੍ਰਤੀਕਿਰਿਆ ਵਾਲੀ ਜ਼ਬਰਦਸਤ ਲਹਿਰ ਪੈਦਾ ਹੋ ਚੁੱਕੀ ਸੀ। ਹੁਣ ਪੁਲਿਸ ਨੇ ਸਿੱਖਾਂ ਦੇ ਵਿੱਚ ਘਬਰਾਹਟ ਪੈਦਾ ਕਰਨ ਅਤੇ ਲੋਕਾਂ ਨੂੰ ਡਰਾਉਣ ਦੇ ਲਈ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕੇ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਨੀਮ ਫੌਜੀ ਬਲਾਂ ਵੱਲੋਂ ਫਲੈਗ ਮਾਰਚ ਸ਼ੁਰੂ ਕਰ ਦਿੱਤਾ ਗਿਆ। ਇਤਨੇ ਵਿੱਚ ਸਰਦਾਰ ਹੁਕਮ ਸਿੰਘ ਨੇ ਇਹਨਾਂ ਹਾਲਤਾਂ ਨੂੰ ਕਾਬੂ ਵਿੱਚ ਰੱਖਣ ਲਈ ਸਿੱਖ ਸੰਗਤਾਂ ਨੂੰ ਸ਼ਾਂਤਮਈ ਰਹਿੰਦਿਆਂ ਹੋਇਆਂ ਗੁਰਬਾਣੀ ਦੇ ਸ਼ਬਦ ਪੜ੍ਹਨੇ ਲਈ ਕਿਹਾ। ਉਹਨਾਂ ਨੇ ਇੰਜ ਕਹਿਣ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਬੀਬੀਆਂ ਅਤੇ ਬੱਚੇ ਸਖਤ ਧੁੱਪ ਵਿੱਚ ਗਰਮੀ ਦੇ ਵਿੱਚ ਮੰਜੀ ਦੀਵਾਨ ਹਾਲ ਦੇ ਵਿੱਚ ਬਾਹਰ ਜਿੱਥੇ ਜੋੜੇ ਖਾਨਾ ਸੀ ਉੱਥੇ ਬੈਠ ਗਏ ਅਤੇ ਐਲਾਨ ਕਰ ਦਿੱਤਾ ਕਿ ਜੇਕਰ ਪੁਲਿਸ ਨੇ ਦਰਬਾਰ ਸਾਹਿਬ ਵੱਲ ਵਧਣਾ ਹੈ ਤੇ ਉਹਨਾਂ ਦੀਆਂ ਲਾਸ਼ਾਂ ਦੇ ਉੱਪਰ ਦੀ ਲੰਘ ਕੇ ਜਾਣਾ ਪਏਗਾ। ਇਸ ਐਲਾਨ ਤੋਂ ਮਗਰੋਂ ਪੁਲਿਸ ਦੇ ਲਈ ਅੱਗੇ ਵਧਣਾ ਮੁਸ਼ਕਲ ਸੀ, ਕਿਉਂਕਿ ਸਾਰਾ ਰਸਤਾ ਸਿੰਘਣੀਆਂ ਤੇ ਭੁਚੰਗੀਆਂ ਨੇ ਰੋਕ ਰੱਖਿਆ ਸੀ। ਪੁਲਿਸ ਜਦੋਂ ਅੱਗੇ ਵਧਣੀ ਸ਼ੁਰੂ ਹੋਈ ਤਾਂ ਸਿੱਖਾਂ ਨੇ ਪੁਲਿਸ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸਿੰਘਾਂ ਉੱਪਰ ਡਾਂਗਾ ਭਰਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਟੀਅਰ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਭਗਦੜ ਮਚਣੀ ਸ਼ੁਰੂ ਹੋ ਗਈ, ਪਰ ਸਿੱਖਾਂ ਦਾ ਰੋਸ ਪੂਰਾ ਬਰਕਰਾਰ ਸੀ। ਪੁਲਿਸ ਨੇ ਸਿੱਖ ਸੰਗਤਾਂ ਨੂੰ ਉੱਥੋਂ ਹਟਾਉਣ ਦੇ ਲਈ ਅੰਨ੍ਹੇਵਾਹ ਟੀਅਰ ਗੈਸ ਦੇ ਗੋਲੇ ਸੁੱਟੇ ਤੇ ਜੰਮ ਕੇ ਲਾਠੀ ਚਾਰਜ ਕੀਤਾ। ਸਿਖਰ ਦੁਪਹਿਰਾ, ਅੱਤ ਦੀ ਗਰਮੀ, ਉੱਤੋਂ ਪੁਲਿਸ ਵੱਲੋਂ ਟੀਅਰ ਗੈਸ ਦੇ ਗੋਲੇ ਅਤੇ ਲਾਠੀ ਚਾਰਜ, ਇੰਜ ਬਹੁਤ ਸਾਰੇ ਸਿੰਘਣੀਆਂ ਅਤੇ ਭੁਚੰਗੀ ਪੁਲਿਸ ਦੀ ਇਸ ਤਸ਼ੱਦਦ ਕਾਰਨ ਜ਼ਖਮੀ ਹੋ ਗਏ, ਕੁਝ ਬੇਹੋਸ਼ ਹੋ ਗਏ। ਦੂਜੇ ਪਾਸੇ ਇੰਜ ਜਾਪਦਾ ਸੀ ਕਿ ਗੁੱਸੇ ਵਿੱਚ ਆਇਆ ਮਹਾਸ਼ਾ ਅਸ਼ਵਨੀ ਕੁਮਾਰ ਵੀ ਆਪਣੀ ਪੂਰੀ ਆਈ ਦੇ ਉੱਤੇ ਉਤਰ ਆਇਆ ਸੀ। ਇਸ ਨੇ ਨਾ ਮੰਜੀ ਸਾਹਿਬ ਅਤੇ ਨਾ ਹੀ ਸ੍ਰੀ ਦਰਬਾਰ ਸਾਹਿਬ ਦੇ ਸਤਿਕਾਰ ਦੀ ਕੋਈ ਪਰਵਾਹ ਕੀਤੀ, ਸਗੋਂ ਪੁਲਿਸ ਨੇ ਆਪਣਾ ਤਸ਼ੱਦਦ ਜਾਰੀ ਰੱਖਣ ਦਾ ਹੁਕਮ ਦਿੱਤਾ। ਹੁਕਮ ਮਿਲਦੇ ਹੀ ਪੁਲਿਸ ਗੁਰੂ ਰਾਮਦਾਸ ਲੰਗਰ ਸਥਾਨ, ਪ੍ਰਕਾਸ਼ ਸਥਾਨ ਅਤੇ ਉਸ ਦੇ ਅੱਗੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬਾਨ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਹੁਣਾਂ ਦੇ ਮਕਾਨ ਉੱਪਰ ਜਾ ਚੜੀ। ਸਿੰਘ ਸਾਹਿਬ ਗਿਆਨੀ ਚੇਤ ਸਿੰਘ ਹੁਣਾਂ ਦੇ ਮਕਾਨ ਦੇ ਕਮਰਿਆਂ ਵਿੱਚ ਵੀ ਟੀਅਰ ਗੈਸ ਦੇ ਗੋਲੇ ਸੁੱਟੇ ਗਏ ਅਤੇ ਸਿੰਘ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਤੰਗ ਪਰੇਸ਼ਾਨ ਅਤੇ ਬੇਇੱਜ਼ਤ ਕਰਕੇ ਮਕਾਨ ਵਿੱਚੋਂ ਕੱਢ ਦਿੱਤਾ ਗਿਆ। ਸਿੰਘ ਸਾਹਿਬਾਨਾਂ ਦੀ ਰਿਹਾਇਸ਼ ਅਸਥਾਨ ਤੋਂ ਜੋ ਉੱਪਰ ਸਨ, 3 ਥਾਵਾਂ ਤੋਂ ਖੜੇ ਹੋ ਕੇ ਪੁਲਿਸ ਅਧਿਕਾਰੀਆਂ ਨੇ ਅਤੇ ਸਿਪਾਹੀਆਂ ਨੇ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾਂ ਦੇ ਵਿੱਚ ਟੀਅਰ ਗੈਸ ਦੇ ਗੋਲੇ ਸੁੱਟੇ, ਗੋਲੀਆਂ ਵੀ ਚਲਾਈਆਂ। ਇਸ ਮਚੀ ਹੋਈ ਹਫੜਾ ਦਫੜੀ ਦੇ ਵਿੱਚ ਪਰਿਕਰਮਾ ਦੀ ਇੱਕ
ਕੰਧ ਢਹਿ ਗਈ, ਜਿਸ ਦੇ ਹੇਠਾਂ ਬਹੁਤ ਸਾਰੇ ਗੁਰਸਿੱਖ ਜ਼ਖਮੀ ਹੋ ਗਏ। ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ ਵੀ ਅਨੇਕਾਂ ਸਿੰਘ ਜ਼ਖਮੀ ਹੋ ਗਏ। ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਅਜੈਬ ਸਿੰਘ ਨੇ ਪ੍ਰੈਸ ਦੇ ਨਾਮ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਦੱਸਿਆ ਗਿਆ ਕਿ ਪੁਲਿਸ ਵੱਲੋਂ ਚਲਾਈ ਗੋਲੀ ਦੇ ਨਾਲ 2 ਸਿੱਖ ਸ਼ਹੀਦ ਹੋ ਗਏ ਹਨ। ਅੰਨ੍ਹੇਵਾਹ ਦਾਗੇ ਗਏ ਟੀਅਰ ਗੈਸ ਦੇ ਗੋਲੇ ਅਤੇ ਗੋਲੀਆਂ ਦੇ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੇਠਲੀ ਅਤੇ ਉਤਲੀ ਦੋਵਾਂ ਮੰਜ਼ਲਾਂ ਵਿੱਚ ਇੰਨਾ ਧੂਆਂ ਭਰ ਗਿਆ ਕਿ ਕੀਰਤਨ ਅਤੇ ਅਖੰਡ ਪਾਠ ਕਰਨ ਵਾਲਿਆਂ ਨੂੰ ਬੜੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਦੇ ਇਤਿਹਾਸ ਵਿੱਚ ਇਹ ਕਾਲੇ ਅੱਖਰਾਂ ਦੇ ਨਾਲ ਲਿਖਿਆ ਜਾਵੇਗਾ ਕਿ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਮਹਾਸ਼ਾ ਅਸ਼ਵਨੀ ਕੁਮਾਰ ਨੇ ਆਜ਼ਾਦ ਭਾਰਤ ਵਿੱਚ ਇੱਕ ਵਾਰੀ ਤਾਂ ਮੁਗਲਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ ਅਤੇ ਸਿੱਖਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਤੁਸੀਂ ਹਿੰਦੂ ਰਾਜ ਵਿੱਚ ਗੁਲਾਮ ਹੋ, ਅਤੇ ਨਾਲ ਹੀ ਸਿੱਖਾਂ ਨੂੰ ਉਸ ਵੱਡੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਜੋ ਤੁਸੀਂ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ, ਉਸ ਦਾ ਅਹਿਸਾਨ ਦਾ ਅਸੀਂ ਇੰਜ ਹੀ ਮੁੱਲ ਮੋੜਨਾ ਹੈ। ਪੁਲਿਸ ਚਾਹੁੰਦੀ ਸੀ ਕਿ 4 ਜੁਲਾਈ ਨੂੰ ਕੋਈ ਵੀ ਜਥਾ ਗ੍ਰਿਫਤਾਰੀ ਨਾ ਦੇ ਸਕੇ ਤੇ ਅਸੀਂ ਮੋਰਚਾ ਫੇਲ ਕਰ ਸਕੀਏ, ਪਰ ਦਰਬਾਰ ਸਾਹਿਬ ਤੇ ਕਬਜ਼ਾ ਕਰਨ ਤੋਂ ਬਾਅਦ ਪੁਲਿਸ ਨੂੰ ਯਕੀਨ ਹੋ ਗਿਆ ਕਿ ਘੱਟੋ ਘੱਟ ਇਸ ਦਿਨ ਦਾ ਜਥਾ ਜੇਲ੍ਹ ਨਹੀਂ ਜਾ ਸਕੇਗਾ। ਪਰ ਸਿੱਖਾਂ ਨੇ ਮੰਜੀ ਸਾਹਿਬ ਦੇ ਬਜਾਏ ਅਕਾਲ ਤਖਤ ਸਾਹਿਬ ਤੇ ਦੀਵਾਨ ਸਜਾਇਆ। ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਤਾਰਾ ਸਿੰਘ ਠੇਠਰ ਅਤੇ ਜਥੇਦਾਰ ਬੂਟਾ ਸਿੰਘ ਨੇ ਤਕਰੀਰਾਂ ਕੀਤੀਆਂ। ਉੱਥੇ 63 ਨੌਜਵਾਨ ਗ੍ਰਿਫਤਾਰੀ ਦੇਣ ਲਈ ਅਰਦਾਸ ਕਰਕੇ ਟੁਰੇ ਅਤੇ ਉਹਨਾਂ ਨੇ ਪੁਲਿਸ ਦੀਆਂ ਡਾਂਗਾਂ ਖਾਂਦਿਆਂ ਹੋਇਆਂ ਗ੍ਰਿਫਤਾਰੀਆਂ ਦਿੱਤੀਆਂ। ਪੁਲਿਸ ਦੀਆਂ ਲਾਠੀਆਂ ਨਾਲ ਅਗਸਤ-ਸਤੰਬਰ 1922 ਵਿੱਚ ਗੁਰੂ ਦਾ ਬਾਗ ਵਿੱਚ ਬੀਟੀ ਦੀਆਂ ਡਾਂਗਾਂ ਦੀ ਉਹ ਯਾਦ ਮੁੜ ਤਾਜ਼ਾ ਚੇਤੇ ਕਰਵਾ ਦਿੱਤੀ। ਪਰ ਇਹ ਸਾਰਾ ਕੁਝ ਉਸ ਵਕਤ ਹੋਇਆ ਜਦੋਂ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਦੇ ਕਰਕੇ ਇਸ ਭਾਰਤ ਨੂੰ ਆਜ਼ਾਦੀ ਲੈ ਕੇ ਦਿੱਤੀ ਹੋਈ। ਸੋ ਗੁਰੂ ਪਿਆਰਿਓ, ਇਹ ਆਜ਼ਾਦ ਭਾਰਤ ਤੋਂ ਬਾਅਦ ਕੇਵਲ 7 ਸਾਲ ਬਾਅਦ ਹੀ ਇਹ ਕੰਮ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਉਸ ਵਕਤ ਦੀ ਸਰਕਾਰ ਨੇ ਜਿਹੜਾ ਸੀ ਉਹ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।